ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਬਾਬਰ ਬੇਗ ਤੇ ਤੁਸੀਂ ਵੇਖ ਰਹੇ ਹੋ ਆਪਣਾ ABH TV। ਇਨਸ਼ਾਅੱਲਾ ਜੀ ਸਿਲਸਿਲਾ ਰਵਾਂ ਰਹੇਗਾ, ਤੁਹਾਡੇ ਨਾਲ ਮੁਲਾਕਾਤ ਰਹੇਗੀ ਹੁਣ ਕੰਟੀਨਿਊ। ਤੇ ਮੇਰੇ ਨਾਲ ਇਸ ਟਾਈਮ ਜਿਸ ਤਰ੍ਹਾਂ ਕਿ ਤੁਹਾਨੂੰ ਸਕਰੀਨ ਤੇ ਚਲਦੀ ਹੋਈ ਵੀਡੀਓ ਨਜ਼ਰ ਆ ਰਹੀ ਹੈ ਕਿ ਮੈਂ ਇਸ ਟਾਈਮ ਮੰਮੀ ਹਸਪਤਾਲ ਲਾਹੌਰ ਲੱਕੀ ਡੀਅਰ ਸਾਹਿਬ ਦਾ ਪਤਾ ਲੈਣ ਵਾਸਤੇ ਆਇਆ ਸਾਂ, ਲੇਕਿਨ ਲੱਕੀ ਡੀਅਰ ਸਾਹਿਬ ਸਟਿਲ ਕੋਮਾ 'ਚ ਨੇ ਔਰ ਮਤਲਬ ਹੋਸ਼ੋ ਆਵਾਜ਼ ਉਹਨਾਂ ਨੂੰ ਕੋਈ ਨਹੀਂ, ICU 'ਚ ਐਡਮਿਟ ਨੇ। ਅੱਲਾਹ ਤਾਲਾ ਲੱਕੀ ਡੀਅਰ ਨੂੰ ਸਿਹਤ ਔਰ ਤੰਦਰੁਸਤੀ ਵਾਲੀ ਜ਼ਿੰਦਗੀ ਅਤਾ ਫਰਮਾਏ। ਜਿੱਥੇ ਲੱਕੀ ਡੀਅਰ ਦੀ ਜ਼ਿੰਦਗੀ 'ਚ ਇਹ ਬਦਲਾਅ ਆਇਆ, ਇਹ ਦੌਰ ਆਇਆ, ਡੀਗਰ ਵੇਲਾ ਆਇਆ, ਇਹਦੇ ਨਾਲ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹਨਾਂ ਨੇ ਵੀ ਜਨਮ ਲੈ ਲਿਆ। ਤੇ ਸੋ ਅਸੀਂ ਸਭ ਤੋਂ ਪਹਿਲੇ ਤੇ ਲੱਕੀ ਡੀਅਰ ਸਾਹਿਬ ਦਾ ਵੱਡਾ ਬੇਟਾ ਜਿਹੜਾ ਸਾਡੇ ਨਾਲ ਹੈ, ਚੂੰਕਿ ਇਹ ਹੀ ਇਹਨਾਂ ਦੇ ਕੋਲ ਨੇ ਇਸ ਟਾਈਮ ਔਰ ਇਹ ਹੀ ਉਹਨਾਂ ਦੀ ਕਫਾਲਤ ਕਰ ਰਹੇ, ਇਹਨਾਂ ਨਾਲ ਗੱਲ ਕਰਨੇ ਆ। अस्सलाम वालेकुम जी वालेकुम सलाम। ਅੱਛਾ, ਕੀ ਹਾਲ ਹੈ ਜੀ ਲੱਕੀ ਡੀਅਰ ਸਾਹਿਬ ਦਾ? ਬਸ ਸੀਰੀਅਸ ਹੀ ਦੱਸਦੇ ਨੇ, ਤੁਸੀਂ ਵੇਖ ਕੇ ਵੀ ਆਏ ਹੋ, ਐਸਾ ਹੀ ਬਸ ਪਿਆ ਨੇ। ਤੇ ਕਿੰਨੇ ਦਿਨ ਤੋਂ ਇਸ ਤਰ੍ਹਾਂ ਇਸ ਕੰਡੀਸ਼ਨ 'ਚ ਨੇ? ਅੱਜ 10ਵਾਂ ਦਿਨ। 10ਵਾਂ ਦਿਨ ਹੈ, ਹਾਂਜੀ ਠੀਕ ਹੈ। ਅੱਛਾ, ਹੁਣ ਇਹ ਦੱਸੋ ਕਿ ਜਿਹੜੀਆਂ ਮੁਖਤਲਿਫ ਕਹਾਣੀਆਂ ਜਿਹੜੀਆਂ ਇਸ ਟਾਈਮ ਸੋਸ਼ਲ ਮੀਡੀਆ ਤੇ ਜ਼ਦੇ-ਆਮ ਨੇ, ਉਹ ਮਤਲਬ ਇਹ ਨੇ ਕਿ ਬਈ ਲੱਕੀ ਡੀਅਰ ਸਾਹਿਬ ਨੂੰ ਬਹੁਤ ਸਾਰੇ ਪੈਸੇ ਇਕੱਠੇ ਹੋਏ। ਕੁਝ ਲੋਕ ਕਹਿੰਦੇ ਨੇ ਲੱਕੀ ਡੀਅਰ ਸਾਹਿਬ ਨੇ ਸਾਰਾ ਡਰਾਮਾ ਕੀਤਾ। ਇਹ ਸਾਰਾ ਇਹਦੇ ਪਿੱਛੇ ਕੀ ਹਕੀਕਤ ਕੀ ਹੈ, ਉਹਦੇ ਤੋਂ ਮੈਂ ਚਾਹਨਾ ਤੁਸੀਂ ਪਰਦਾ ਚੁੱਕੋ। ਠੀਕ ਹੈ ਸਰ, ਪਰਦਾ ਚੁੱਕਣਾ ਹੀ ਪੈਣਾ, ਕਿਉਂਕਿ ਇਸ ਟਾਈਮ ਮੇਰੇ ਵਾਲਦ ਸਾਹਿਬ ਦੀ ਇੱਜ਼ਤ ਦਾ ਨਾ ਜਿਹੜਾ ਬਹੁਤ ਹੀ ਅਸੀਂ ਖੇਡ ਬਣਾ ਰਿਹਾ। ਤੇ ਉਧਰ ਉਹ ਸੋਨੀਆ ਜਿਹੜੀ ਕਲੀਨ ਹੈ, ਉਹ ਦੇ ਰਹੀ ਇੰਟਰਵਿਊ ਇਧਰੋਂ ਹੀ ਜਿਹੜੀ ਸੈਕੰਡ ਵਾਈਫ ਇਹਨਾਂ ਦੀ, ਐਕਸ ਵਾਈਫ ਹੈ। ਹਾਂਜੀ, ਉਹ ਕਲੀਨ ਹੀ ਕਹਿਣਾ ਮੈਂ ਉਹਨਾਂ ਨੂੰ। ਠੀਕ ਹੈ, ਠੀਕ ਹੈ। ਉਹ ਕਵੀਨ ਬਣੀ ਹੈ ਅੱਬੂ ਮੇਰੇ ਦੀ ਵਜ੍ਹਾ ਤੋਂ। ਅੱਛਾ ਠੀਕ ਹੈ, ਮੇਰੇ ਵਾਸਤੇ ਉਹ ਕਲੀਨ ਹੀ ਰਹਿ ਗਈ। ਠੀਕ ਹੈ, ਕਿਉਂਕਿ ਮੇਰੇ ਅੱਬੂ ਦੇ ਨਾਲ ਜਿਹੜਾ ਜਦੋਂ ਆਈ ਸੀ ਨਾ, ਇਹਦੇ ਕੱਪੜੇ ਨਹੀਂ ਸੀ ਪੂਰੇ ਹੈ ਠੀਕ ਹੈ, ਤਨ ਦੇ। ਇਹ ਰੋਂਦੀ ਸੀ, ਪਿੱਟਦੀ, ਬਾਕੀ ਰੋਂਦੀ ਪਿੱਟਦੀ ਇਸ ਲਈ ਕਿ ਕੱਪੜੇ ਇਹ ਉਹ ਲੈ ਕੇ ਪੂਰੇ ਸਭ ਹਰ ਇੱਜ਼ਤ ਦਿੱਤੀ ਉਹਨੂੰ, ਹਰ ਘਰ ਦੀ ਮਤਲਬ ਜ਼ਰੂਰਤ ਪੂਰੀ ਕੀਤੀ, ਪੈਸਾ ਦਿੱਤਾ, ਸ਼ੋਹਰਤ ਦਿੱਤੀ। ਫਿਰ ਚਲੇਗੀ ਇਸ ਟਾਈਮ ਤੇ ਇਹਨੂੰ ਇਹਦੇ ਕੋਲ ਹੋਣਾ ਚਾਹੀਦਾ। ਠੀਕ ਹੈ। ਤੇ ਇਹ ਭੱਜਦੀ ਫਿਰਦੀ ਹੈ, ਮੈਂ ਇੰਜ ਕਰ ਲਾਂਗੀ, ਮੈਂ ਇੰਜ ਕਰ, ਸਿਰਫ ਹਿੱਸੇ ਵਾਸਤੇ। ਇਹ ਜਿਹੜੀ ਜਗ੍ਹਾ ਹੈ ਨਾ ਮੇਰੇ ਕੋਲ, 38 ਸਾਲ ਤੋਂ ਮੈਂ ਵੀ ਬਾਹਰ ਰਹਿ ਰਿਹਾ ਇਹਨੂੰ। ਹਾਂਜੀ, ਜਿਹੜਾ ਇਹ ਘਰ ਹੈ ਜਿੱਥੇ ਮੈਂ ਗਿਆ ਸਾਂ। ਹਾਂਜੀ ਹਾਂਜੀ, ਠੀਕ ਹੈ। ਉਹ ਕਹਿੰਦੀ ਹੈ ਕਿ ਉਹਦੇ ਚੋਂ ਹਿੱਸਾ ਦੇ, ਜੇ ਹਿੱਸਾ ਲੈਣਾ ਹੈ ਇਹ ਪੈਸੇ ਇੰਨੇ ਲੈ ਕੇ ਨੱਠੀ ਹੈ। ਫਿਰ ਉਧਰੋਂ 5 ਮਰਲੇ ਦੀ ਜਗ੍ਹਾ ਲੈ ਕੇ ਜਿਹੜਾ ਕਾਗਜ਼ ਲੈ ਕੇ ਨੱਠੀ ਹੈ। ਦੂਸਰਾ ਇਹਦੇ ਕੋਲ ਵਾਲਾ ਸਾਹਿਬ ਦੇ ਕੋਲ ਇੱਕ ਵਾਰ ਨਹੀਂ ਆਈ ਤੇ ਵੀਡੀਓ ਬਣਾ ਰਹੀ ਹੈ, ਉੱਥੇ ਮੈਨੂੰ ਜਾਣ ਨਹੀਂ ਦਿੰਦੇ। ਇੰਜ ਜਦੋਂ ਤੂੰ ਹੱਕ 'ਚ ਹੈ, ਤੂੰ ਹੱਕ 'ਚ ਰਹਿ, ਕਿਉਂ ਦੌੜੀ? ਤੈਨੂੰ ਘਰ ਛੱਡ ਕੇ ਗਿਆ ਸਾਂ ਅਸੀਂ ਦੋਵੇਂ ਪਿਓ ਪੁੱਤਰ, ਜਿੱਥੇ ਵੀ ਗਿਆ ਹਾਂ ਉੱਥੇ ਭੈਣ ਕੋ ਗਿਆ ਸਾਂ। ਇਹਨੂੰ ਘਰ ਛੱਡ ਕੇ ਗਏ ਨੇ, ਪਿੱਛੋਂ ਤਾਲਾ ਲਵਾਤਾ, ਮੀਟਰ ਲਵਾਤੇ ਸਾਡੇ ਬੱਤੀ ਦੇ, ਮੈਂ ਉਹਦੇ ਪਾਣੀ ਦਾ ਲਵਾਤਾ, ਗੈਸ ਦਾ ਪਹਿਲਾਂ ਹੀ ਲੱਥਾ ਸੀ ਤੁਹਾਡੇ ਸਾਹਮਣੇ ਉਸ ਦੌਰਾਨ ਵੇਖਿਆ ਹੈਗਾ ਤੁਸੀਂ। ਤੇ ਉਸ ਟਾਈਮ ਇਸ ਟਾਈਮ ਜਿਹੜਾ ਤੁਸੀਂ ਆਪੇ ਹਿਸਾਬ ਲਓਗੇ, ਉਹ ਮੈਨੂੰ ਇਸ ਤਰ੍ਹਾਂ ਕਹਿ ਰਹੀ ਹੈ, ਸਾਡੀ ਕੀ ਜ਼ਰੂਰਤ ਬਣਦੀ ਹੈ? ਲੇਕਿਨ ਲੋਕ ਇਹ ਸਵਾਲ ਕਰਦੇ ਨੇ ਜੀ ਕਿ ਵਜ਼ੀਰ ਆਲਾ ਮਰੀਮ ਨਵਾਜ਼ ਤੋਂ ਲੈ ਕੇ ਜੀ ਮੈਡਮ ਨੇ ਪੈਸੇ ਦਿੱਤੇ, ਬਹੁਤ ਸਾਰੇ ਆਰਟਿਸਟਾਂ ਨੇ ਹੈਲਪ ਕੀਤੀ ਔਰ ਬਹੁਤ ਸਾਰੇ ਜਿਹੜੇ ਸਾਡੇ ਤੇ ਕਾਰੋਬਾਰੀ ਸ਼ਖਸੀਅਤਾਂ ਨੇ ਉਹਨਾਂ ਨੇ ਬਹੁਤ ਸਾਰੀ ਹੈਲਪ ਕੀਤੀ। ਆਖਰ ਉਹ ਸਾਰਾ ਪੈਸਾ ਕਿੱਥੇ ਗਿਆ? ਉਹ ਸੋਨੀਆ ਕੋਲ। ਸੋਨੀਆ ਕੋਲ? ਹਾਂ, ਸੋਨੀਆ ਕੋਲ ਸਾਰਾ। ਅੱਬੂ ਦਾ ਇਲਾਜ ਨਹੀਂ ਇਹਨੇ ਕਰਾਇਆ। ਇੱਕ ਗੱਡੀ ਦੇ ਪੈਸੇ ਦਿੱਤੇ ਸੀ ਇਹਨੇ, 20 ਲੱਖ ਰੁਪਈਆ। ਠੀਕ ਹੈ। ਉਹ ਵੀ ਬੜੇ ਅਸੀਂ ਮੁਸ਼ਕਲ ਕਢਾਏ ਸੀਗੇ। ਠੀਕ ਹੈ। ਇਹਦੇ ਕੋਲ ਅੱਬੂ ਨੂੰ ਮੈਂ ਕਿਹਾ ਯਾਰ ਹੁਣ ਤੂੰ ਹੀ ਹੈ ਜਿਹੜਾ ਇਹਨੂੰ ਮਤਲਬ ਕਿ ਹੈ ਨਾ ਅਵਰ ਕਰਨਾ। ਬਾਕੀ ਅੱਬੂ ਉਦੋਂ ਠੀਕ ਨਹੀਂ ਸੀ, ਉਦੋਂ ਵੀ ਤੁਹਾਨੂੰ ਪਤਾ ਬਿਮਾਰੀ ਦੀ ਵਜ੍ਹਾ ਤੋਂ ਹੋਇਆ ਸੋ। ਠੀਕ ਹੈ। ਤੇ ਹੁਣ ਵੀ ਜਿਹੜੇ ਨੇ ਇਸ ਟਾਈਮ ਵੀ ਉਹ ਤੁਹਾਨੂੰ ਤੁਸੀਂ ਵੇਖ ਲੈਣੇ, 20 ਲੱਖ ਰੁਪਈਆ ਦਿੱਤਾ ਸੀ। ਉਹ 20 ਲੱਖ ਰੁਪਈਆ ਅਸੀਂ ਹੁਣ ਪੀਰ ਨੂੰ ਦੇ ਕੇ ਤੇ ਫਿਰ ਮਤਲਬ ਕਿ ਇਹ ਗੱਡੀ ਲਈ ਸੀ ਆਲਟੋ। ਠੀਕ ਹੈ। ਅੱਛਾ, ਹੁਣ ਉਹ ਜਿਹੜੀ ਗੱਡੀ ਤੁਸੀਂ ਲਈ ਸੀ, ਹਾਂਜੀ, ਉਹ ਗੱਡੀ ਕਿੱਥੇ ਗਈ? ਉਹ ਗੱਡੀ ਉਹਨਾਂ ਨੂੰ ਵਾਪਸ ਦੇ ਦਿੱਤੀ ਸੀ। ਉਹ ਗੱਡੀ ਨਾ, ਉਹਦੇ ਜਿਹੜੇ ਪੈਸੇ ਦਿੱਤੇ ਸਨ ਤੁਸੀਂ, ਉਹ ਰੋਲੇ ਦੀ ਗੱਡੀ ਹੈਗੀ ਸੀ। ਅੱਛਾ, ਰੋਲਾ ਕਾਹਦਾ ਸੀ? ਰੋਲਾ ਇਹ ਸੀ ਕਿ ਮੈਂ ਚਲਾਨਾ ਜ਼ਰੂਰ ਸਾਂ। ਹਾਂ, ਆਲਟੋ ਸੀ ਗੱਡੀ। ਅੱਛਾ ਜੀ। ਉਹ ਮੈਂ ਚਲਾਨਾ ਸਾਂ ਤੇ ਸਿਰਫ ਯੈਂਗੋ ਤੇ ਚੱਲਦੀ ਸੀ। ਉਹ ਯੈਂਗੋ ਵਾਲੇ ਜਿਹੜੇ ਨੇ ਨਾ ਮੈਨੂੰ 1 ਦਿਨ ਦੀ ਉਹ ਲੀਜ਼ ਬਣਾ ਕੇ ਦਿੰਦੇ ਸੀ ਜਾਂ 2 ਦਿਨ ਦੀ, ਉਸ ਤੋਂ ਬਾਅਦ ਖਤਮ ਹੋ ਜਾਂਦੀ ਸੀ। ਮੈਨੂੰ ਜਾਜ ਨਹੀਂ ਹੈ, ਮੈਂ ਮਿਡਲ ਕਲਾਸ ਆ। ਅੱਛਾ ਠੀਕ ਹੈ। ਤੇ ਮੈਨੂੰ ਫਿਰ ਚਬੁਰਜੀ ਜਾਣਾ ਪੈਂਦਾ ਸੀ, ਹੋਰ ਕਿਤੇ ਬੰਦਾ ਵੀ ਨਹੀਂ ਕੰਮ ਮੇਰਾ। ਇਹ ਤੁਹਾਨੂੰ ਕੋਈ ਅੰਦਾਜ਼ਾ ਕਿ ਕਿੰਨੇ ਕ ਪੈਸੇ ਇਕੱਠੇ ਹੋਏ ਸਨ ਜਿਹੜੇ ਸੋਨੀਆ ਲੈ ਕੇ ਦੌੜ ਗਈ? 2 ਕਰੋੜ ਰੁਪਇਆ ਹੋਇਆ ਵੇ। 1.5 ਤੋਂ 2 ਕਰੋੜ ਰੁਪਇਆ ਲੋਕਾਂ ਨੇ ਹੈਲਪ ਕੀਤੀ। ਹਾਂਜੀ, ਬੜੀ ਦੁਨੀਆ ਨੇ ਹੈਲਪ ਕੀਤੀ, ਉਹਨਾਂ ਦੀ ਮਿਹਰਬਾਨੀ ਹੈ। ਠੀਕ ਹੈ, ਮੈਂ ਉਹਨਾਂ ਦਾ ਸ਼ੁਕਰੀਆ ਕਰਨਾ ਵਾ। ਲੇਕਿਨ ਜਿੰਨੀ ਹੈਲਪ ਹੋਈ ਹੈ ਇਹ ਸਾਰੀ ਉਹਨਾਂ ਦੀ ਜਿਹੜੀ ਮਿਸਿਸ ਹੈ ਸੋਨੀਆ, ਇਹ ਲੈ ਕੇ ਦੌੜ ਗਈ। ਹਾਂਜੀ, ਜਿਹੜੇ ਬਾਕੀ
ਮਤਲਬ ਕਿ ਸਾਨੂੰ ਇਹਨੇ ਦਿੱਤਾ ਕੀ ਹੈ, ਮੇਰੀ ਭੈਣ ਨੂੰ ਕਹਿੰਦੀ 40 ਲੱਖ ਰੁਪਇਆ ਦਿੱਤਾ, ਮੈਨੂੰ ਨਹੀਂ ਪਤਾ ਕਿਦੋਂ ਦਿੱਤਾ। ਇਹ ਦੌੜਨ ਦੇ ਪਿੱਛੇ ਕਾਸ ਕੀ ਹੈ? ਦੌੜਨ ਦੇ ਪਿੱਛੇ ਕੀ ਮਕਸਦ ਹੈ? ਕੋਈ ਲੜਾਈ ਹੋਈ, ਕੋਈ ਝਗੜਾ ਹੋਇਆ, ਲਹਿਦਗੀ ਹੋ ਗਈ, ਤਲਾਕ ਹੋ ਗਈ, ਕੀ ਹੋਇਆ? ਤਲਾਕ ਖੁਦ ਲੈਂਦੀ ਹੈ। ਮੇਰੇ ਅੱਬੂ ਨੂੰ ਕਈ ਵਾਰ ਇਹਨੇ ਕਿਹਾ ਕਿ ਤਲਾਕ ਦੇ, ਮੇਰਾ ਅੱਬੂ ਨਹੀਂ ਦਿੰਦਾ। ਠੀਕ ਹੈ ਭਲਾ ਮਾਨਸ ਬੰਦਾ ਵਿਚਾਰਾ, ਬੜਾ ਹੀ ਜ਼ਿੰਦਗੀ ਦੇ ਵਿੱਚ ਉਹਨੇ ਕਦੀ ਕਿਸੇ ਨਾਲ ਨਹੀਂ ਬੁਰਾ ਕੀਤਾ। ਠੀਕ ਹੈ, ਮੈਂ ਵੇਖਿਆ ਨਾ। ਤੇ ਉਹ ਜਿਹੜਾ ਨੇ ਇਹਦੇ ਕੋਲ ਪੈਸੇ ਆ ਗਏ, ਕਾਤ ਭੁੱਲ ਗਈ। ਠੀਕ ਹੈ, ਹਾਂਜੀ, ਇਹਨੂੰ ਤੁਹਾਨੂੰ ਦੱਸਿਆ ਨਾ, ਯਤੀਮਖਾਨੇ ਤੋਂ ਮੇਰੇ ਅੱਬੇ ਨੇ ਮੇਰੇ ਨਾਲ ਗੱਲ ਕੀਤੀ ਸੀ। ਠੀਕ ਹੈ, ਤੇ ਯਾਰ ਮੈਂ ਨਾ ਉਹ ਲਿਆ ਲੱਗਾ ਵਾ ਤੁਹਾਡੇ ਵਾਸਤੇ ਮਾਂ। ਅਸੀਂ ਉਦੋਂ ਹਸਪੀਟਲ 'ਚ ਹਾਂ, ਆਪਣੀ ਮੈਂ ਮਸ਼ੀਰਾ ਦਾ ਇਲਾਜ ਕਰਾਣੇ ਹਾਂ, ਦੋਵੇਂ ਭੈਣ ਭਾਈ। ਤੇ ਉਹਨਾਂ ਦੀ ਇਹ ਜਿਹੜੀ ਆਂਥ ਨਾ ਨਵੀਂ ਪਈ ਸੀ, ਤੇ ਉਸ ਦੌਰਾਨ ਇਹਨਾਂ ਨੇ ਸ਼ਾਦੀ ਕਰਾਈ। ਮੇਰੇ ਨਾਲ ਗੱਲਬਾਤ ਹੋ ਗਈ ਸੀ। ਆਂਦਾ ਕਹਿੰਦੇ ਸੀ ਯਾਰ ਯਤੀਮ ਚਲੋ ਘਰ ਖੁੱਲ ਜਾਏਗਾ, ਆਪਣਾ ਘਰ ਦਾ ਬੂਹਾ ਬੰਦ ਹੋਇਆ। ਠੀਕ ਹੈ, ਤੇ ਇਹਨੂੰ ਫਿਰ ਲੈਣ ਤਾ ਹੌਲੀ ਹੌਲੀ ਕਰਦਿਆਂ 16 ਸਾਲ ਹੋ ਗਏ ਨੇ, 16-17 ਸਾਲ। ਤੁਸੀਂ ਕਿੰਨੇ ਭੈਣ ਭਾਈ ਹੋ? ਅਸੀਂ 2 ਭੈਣ ਭਾਈ, 2 ਦੇ ਚੋਂ ਨੇ ਜਿਹੜੇ ਉਹ ਵੀ ਸਾਡੇ ਹੀ ਨੇ। ਅੱਛਾ ਜੀ, 16-17 ਸਾਲ ਹੋ ਗਏ। ਹਾਂਜੀ, 16-17 ਸਾਲ ਹੋ ਗਏ ਨੇ। 16-17 ਸਾਲ ਤੋਂ ਬਾਅਦ ਜਦੋਂ ਅੱਬੂ ਨੂੰ ਪੈਸੇ ਆਏ ਨੇ ਨਾ, ਤੇ 25 ਲੱਖ ਦਾ ਮਰੀਮ ਨਵਾਜ਼ ਸਾਹਿਬਾ ਨੇ ਦਿੱਤਾ ਨਾ ਚੈੱਕ। ਠੀਕ ਹੈ, ਉਹ ਜਿਹੜਾ ਤਾਰਿਆ ਨਾ, ਮਤਲਬ ਕਿ ਓਕੇ ਹੋਇਆ। ਤੇ ਉਸ ਤੋਂ ਬਾਅਦ ਕੋਈ 3-4 ਦਿਨ ਬਾਅਦ ਇਹਨਾਂ ਨੇ ਮੈਨੂੰ ਅੱਬੂ ਨੂੰ ਮੇਰੇ ਕੋਲ ਘੱਲਤਾ ਸੀ। ਮੈਂ ਥੱਲੇ ਰਹਿਣਾ, ਤੁਹਾਨੂੰ ਪਤਾ ਕਮਰਾ ਥੱਲੇ ਹੈ। ਆ ਥੱਲੇ ਹੈ। ਹਾਂਜੀ, ਉੱਥੇ ਮੈਂ ਰਹਿਣਾ। ਉੱਤੇ ਜਿਹੜੇ ਨਾ ਇਹਨੇ ਕਬਜ਼ਾ ਕਰ ਲਿਆ ਕਿ ਮੈਂ ਇਕੱਲੀ ਨੇ ਰਹਿਣਾ। ਠੀਕ ਹੈ, ਉੱਤੇ ਰਹਿੰਦੀ ਰਹੀ ਹੈ, ਜਿਹਨੂੰ ਮਰਜ਼ੀ ਬੁਲਾਉਂਦੀ ਰਹੀ ਹੈ, ਜੋ ਮਰਜ਼ੀ ਕਰਦੀ ਰਹੀ ਹੈ। ਇਹਨਾਂ ਗੱਲਾਂ ਤੋਂ ਮੈਂ ਭੈੜਾ ਸਮਝਣਾ ਹਾਂ, ਮੈਂ ਖੁਦ ਭੈੜਾ ਸਮਝਣਾ। ਮੈਂ ਆਪਣੇ ਅੱਬੂ ਦਾ ਨਹੀਂ ਇਸ਼ੂ ਲਾਵਾਂਗਾ। ਜੇ ਆ ਹੀ ਗਏ ਆ ਦੁਨੀਆ ਦੇ ਸਾਹਮਣੇ ਤੇ ਫਿਰ ਲਗਾਣਾ ਕਾਹਦਾ? ਠੀਕ ਹੈ, ਗੰਦਿਆਂ ਤੇ ਕਰਤਾ ਮੇਰੇ ਅੱਬੂ ਨੂੰ। ਠੀਕ ਹੈ ਪਤਾ ਨਹੀਂ ਕੌਣ ਹੈ ਕੌਣ ਨਹੀਂ, ਜ਼ਾਤ ਦਾ ਨਹੀਂ ਪਤਾ ਮੈਨੂੰ, ਇਹਦੀ ਔਕਾਤ ਦਾ ਨਹੀਂ ਪਤਾ, ਇਹਦੇ ਘਰ ਦਾ ਨਹੀਂ ਪਤਾ, ਇਹਦੇ ਮਾਂ ਪਿਓ ਦਾ ਨਹੀਂ ਪਤਾ, ਇਹਦਾ ਭੈਣ ਭਰਾ ਦਾ ਨਹੀਂ ਮੈਨੂੰ ਪਤਾ। ਸੋਨੀਆ ਜਿਹੜੀ ਹੈ, ਉਹਦੇ ਚ ਤੁਹਾਡੇ ਵਾਲਾ ਸਾਹਿਬ ਦੇ ਬੱਚੇ ਹੈ ਨੇ? ਹਾਂਜੀ। ਕਿੰਨੇ ਬੱਚੇ ਨੇ? 2 ਬੱਚੇ। ਉਹਨਾਂ ਦੀ ਉਮਰ ਕੀ ਹੈ? ਛੋਟੇ ਨੇ, ਇੱਕ ਮੇਰੇ ਖਿਆਲ ਨਾਲ 10-12 ਸਾਲ ਦੀ ਬੱਚੀ ਹੈ, ਤੇ ਇੱਕ 6-7 ਸਾਲ ਦਾ ਬੱਚਾ ਹੈ। ਠੀਕ ਹੈ, ਹਾਂਜੀ। ਅੱਛਾ, ਤੇ ਇੰਨੀ ਦੇਰ ਤੋਂ ਤੁਹਾਡੀ ਜਿਹੜੀ ਇਹ ਸੈਕੰਡ ਵਾਲਦਾ ਸੋਨੀਆ ਤੁਹਾਡੇ ਨਾਲ ਰਹਿ ਰਹੀ ਹੈ, ਤੇ ਤੁਹਾਨੂੰ ਅੱਗੇ ਪਿੱਛੇ ਦਾ ਕੋਈ ਪਤਾ ਨਹੀਂ ਲੱਗਾ? ਨਹੀਂ, ਹੈ ਹੀ ਨਹੀਂ। ਤੇ ਯਤੀਮਖਾਨੇ ਦਾ ਗਿਆ ਇਹਨਾਂ ਨੇ, ਮੈਨੂੰ ਕਦੇ ਮੈਂ ਵੇਖਿਆ ਹੀ ਨਹੀਂ। ਅੱਛਾ, ਠੀਕ ਹੈ। ਹਾਂਜੀ, ਅੱਬੂ ਨੂੰ ਪਤਾ ਸੀ ਸਾਰਾ। ਅੱਜ ਕੱਲ ਕਿੱਥੇ ਰਹਿ ਰਹੀ ਸੋਨੀਆ? ਅੱਜ ਕੱਲ ਪਤਾ ਨਹੀਂ ਕਿੱਥੇ ਰਹਿ ਰਹੀ ਹੈ। 2-3 ਦਿਨ ਤੋਂ ਜਿਹੜਾ ਨਾ ਇਹ ਮੇਰੇ ਚਾਚੂ ਕੇ ਗਈ ਸੀ। ਅੱਛਾ, ਠੀਕ ਹੈ। ਹਾਂਜੀ, ਉਸ ਤੋਂ ਪਹਿਲਾਂ ਦੀ ਗਈ ਹੈ। ਅੱਬੂ ਨੂੰ ਜਦੋਂ ਹਸਪਤਾਲ ਲਿਆਂਦਾ, ਇਸ ਤੋਂ ਪਹਿਲਾਂ ਦੀ ਦੌੜ ਕੇ ਚਲੇ ਗਈ। ਪਹਿਲਾਂ ਗਈ ਹੈ ਉਹ ਤਾਇਆ ਜਿਹੜਾ ਕਹਿ ਆਏ ਸੀਗੇ ਬੰਦੇ, ਗਏ ਸੀ ਤਾਏ ਘਰ ਰਹਿੰਦੀ। ਕੋਈ ਤਾਇਆ ਨਹੀਂ ਆਇਆ ਸਾਡਾ। ਠੀਕ ਹੈ। ਹਾਂਜੀ, ਸਕਾ ਤਾਇਆ ਨਹੀਂ, ਮੇਰਾ ਅੱਬੂ ਵੱਡਾ। ਠੀਕ ਹੈ। ਤੇ ਚਾਚੇ ਹੈ ਨੇ 2। ਤੇ ਇੱਥੋਂ ਨਿਕਲੀ ਆਈ ਮੇਰੀ ਮਸ਼ੀਰਾ ਕੋ, ਕਹਿੰਦੀ ਲੋਕਾਂ ਨੂੰ ਕਹਿੰਦੀ ਮਸ਼ੀਰਾ ਕੋ ਚੱਲੀ। ਉਹਨਾਂ ਦੇ ਜਿਹੜੇ ਨਾ ਮਤਲਬ ਕਿ ਮੁਹੱਲੇ ਦੇ ਨੇ ਪੈਸੇ ਵੀ ਦੇਣੇ ਨੇ, ਕਮੇਟੀਆਂ ਦੇਣੀਆਂ ਨੇ। ਸਾਨੂੰ ਪੁੱਛਦੇ ਮੈਂ ਕਿੱਥੋਂ ਦਵਾਂਗਾ। ਠੀਕ ਹੈ। ਤੁਹਾਡੇ ਜਿਹੜੇ ਚਾਚੇ ਕੋਲ ਜਾ ਕੇ ਕਿਉਂ ਰਹਿ ਰਹੀ ਹੈ? ਮਤਲਬ ਚਾਚੇ ਨੂੰ ਪੈਸੇ ਦਿੱਤੇ ਹੋਣਗੇ ਨੇ। ਅੱਛਾ, ਠੀਕ ਹੈ। ਲਾਹੌਰ ਚ ਰਹਿੰਦੇ ਨੇ ਇੱਥੇ? ਨਹੀਂ, ਕੋਟ ਅਬਦੁਲ ਮਾਲਕ ਰਹਿੰਦੇ ਨੇ। ਅੱਛਾ, ਠੀਕ ਹੈ। ਉਹ ਜਿਹੜੇ ਚਾਚੂ ਨੇ ਤੁਹਾਡਾ ਸਾਥ ਨਹੀਂ ਦਿੰਦੇ, ਜਾਂ ਉਹ ਇਹ ਨਹੀਂ ਕਹਿੰਦੇ ਕਿ ਵੀ ਉਹਨਾਂ ਦੇ ਕੋਲ ਜਾ ਕੇ ਰਹਿ, ਭਾਈ ਸਾਡਾ ਬਿਮਾਰ ਹੈ, ਉਹਦਾ ਜਾ ਕੇ ਇਲਾਜ ਕਰਵਾ? ਇਹ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਨਾ। ਕਹਿਣਾ ਚਾਹੀਦਾ ਸੀ ਨਾ। ਠੀਕ ਹੈ। ਇੱਕ ਵਾਰ ਆਇਆ ਮੇਰਾ ਚਾਚੂ, ਪਤਾ ਲੈ ਕੇ ਗਿਆ। ਦੂਸਰੀ ਵਾਰ ਇਹਦੀ ਬੀਵੀ ਆਈ ਹੈ ਤੇ ਮੇਰੇ ਨਾਲ ਇੰਜ ਲੜ ਲੁੜ ਕੇ ਮੈਨੂੰ ਕਹਿੰਦੀ ਅੱਜ ਆ ਗਈ ਹੈ, ਮੈਂ ਗਾਂ ਤੋਂ ਨਹੀਂ ਆਣੀ। ਇਹ ਜਿਹੜੇ ਪੈਸੇ ਲੋਕ ਹੈਲਪ ਕਰਦੇ ਰਹੇ ਨੇ, ਲੱਕੀ ਡੀਅਰ ਸਭ ਬਿਮਾਰ ਹੋਏ ਜੀ, ਇਹ ਪੈਸੇ ਸਾਰੇ ਤੁਹਾਡੀ ਵਾਲਦਾ ਸੋਨੀਆ ਜਿਹੜੀ ਹੈ ਉਹ ਮਤਲਬ ਇਹਨਾਂ ਨੇ ਬੈਂਕ 'ਚ ਗਏ ਨੇ ਮੇਰੇ ਅੱਬੂ ਨੂੰ ਲੈ ਕੇ। ਹਾਲਤ ਨਹੀਂ ਠੀਕ। ਮੇਰਾ ਭਤੀਜਾ ਹੀ ਲੱਗਦਾ ਰਿਸ਼ਤੇ ਦੇ ਵਿੱਚ, ਖਾਨਦਾਨ ਦੇ ਵਿੱਚ। ਸਾਡੀ ਪੀੜੀ ਉੱਚੀ ਹੈ ਤੇ ਲੇਕਿਨ ਹੈ ਵੱਡੇ ਨੇ, ਉਮਰੋਂ ਵੱਡੇ ਨੇ। ਉਹਨੂੰ ਨਾਲ ਲਿਆ ਤੇ ਉਹਨੂੰ ਲਾਲਚ ਦਿੱਤੀ ਇਹਨੇ ਕਿ ਤੈਨੂੰ ਮੈਂ ਨਾ ਰੇੜੀ ਲਵਾ ਦੇਵਾਂਗੀ। ਠੀਕ ਹੈ। ਉਹ ਨਾਲ ਗਿਆ ਤੇ ਇਹਨੇ ਸਾਰੇ ਬੈਂਕ ਦੇ ਵਿੱਚ ਜਦੋਂ ਚੈੱਕ ਕੈਸ਼ ਹੋਇਆ ਨਾ ਮਰੀਮ ਨਵਾਜ਼ ਸਾਹਿਬਾਂ ਦਾ, ਜਿਸ ਦਿਨ ਉਸ ਦਿਨ ਸਾਰੇ ਪੈਸੇ ਲੈ ਕੇ ਕਿਸੇ ਦੇ ਘਰ ਰੱਖਦੇ। ਉਹ ਘਰ ਦਾ ਵੀ ਮੈਨੂੰ ਪਤਾ ਸੀ। ਠੀਕ ਹੈ। ਮੈਂ ਉਹਨਾਂ ਨੂੰ ਬਦਨਾਮੀ ਨਹੀਂ ਲਾਵਾਂਗਾ। ਠੀਕ ਹੈ। ਕਿਉਂਕਿ ਗਲਤੀ ਤੇ ਸਾਡੀ ਸੀ ਤੇ ਮੇਰੇ ਵਾਲਾ ਸਾਹਿਬ ਦੀ ਕਿ ਜਿਨ੍ਹਾਂ ਨੇ ਕਢਾ ਕੇ ਦੇ ਦਿੱਤੇ। ਉਹ ਫਿਰ ਜਿਹੜੇ ਲੋਕ ਆਂਦੇ ਸਨ, ਹੈਲਪ ਕਰਦੇ ਸਨ, ਉਹ ਪੈਸੇ ਤੁਹਾਡੀ ਵਾਲਦਾ ਨੂੰ ਦਿੰਦੇ ਸਨ? ਹਾਂਜੀ, ਮੇਰੀ ਵਾਲਦਾ ਨੂੰ ਜਾਂ ਮੇਰੇ ਅੱਬੂ ਨੂੰ ਦਿੰਦੇ ਸੀ। ਮੈਂ ਨਹੀਂ ਤੇ ਅੱਬੂ ਤੁਹਾਡੇ ਪੈਸੇ ਜਿਹੜੇ ਨੇ ਉਹ ਕਿਉਂ ਤੁਹਾਡੀ ਵਾਲਦਾ ਦੀ ਹੈਂਡਓਵਰ ਕਿਉਂ ਆਪਣੇ ਕੋਲ ਕਿਉਂ ਨਹੀਂ ਰੱਖੇ? ਤਾਂ ਬਾਹਰ ਕੀਤਾ ਨਾ ਉਹਨੇ ਵਿਚਾਰੇ ਨੇ। ਹੁਣ ਲੱਕੀ ਡੀਅਰ ਸਾਹਿਬ ਕੋਲ ਕੋਈ ਪੈਸਾ ਨਹੀਂ? ਨਹੀਂ। ਅਕਾਊਂਟ ਕੋਈ ਨਹੀਂ ਇਹਨਾਂ ਦਾ? ਨਹੀਂ, ਅਕਾਊਂਟ ਦੇ ਜਿਹੜੇ ਬਹਿਰੀਆ ਟੋਨ ਵਾਲੇ ਨੇ ਉਹ 50,000 ਰੁਪਇਆ ਘੱਲਦੇ ਨੇ, ਪੱਕਾ ਲੱਗਾ। ਠੀਕ ਤੇ ਇਹ ਮਹੀਨੇ ਦਾ ਜਿਹੜਾ 50,000 ਸੀ ਉਹਨਾਂ ਮੈਨੂੰ ਦਿੱਤਾ ਸੀ, ਮੈਂ ਉਹਦੇ ਚੋਂ ਇਹ ਖਰਚਾ ਕਰ ਰਿਹਾ ਵਾਂ ਤੇ ਖਰਚਾ ਉਹ ਮੁੱਕ ਗਿਆ। ਹੁਣ ਅੱਲਾਹ ਨਬੀ ਬਾਰੇ ਮੈਂ ਆਪਣੇ ਧਾਰ ਲਿਆ ਹੋਵੇ ਆਪਣੇ ਚਾਚੂ ਕੋ ਮੁਹੱਲੇ ਦੇ ਵਿੱਚੋਂ ਫੋਨ ਕਰਕੇ ਕਿ ਮੈਨੂੰ ਯਾਰ ਪੈਸੇ ਦੇ।
ਤੇਰੀ ਠੀਕ ਹੈ। ਮਿਹਰਬਾਨੀ ਹੈ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਡਰਾਈਵਰ ਹੈਗਾ, ਮਾੜੀ ਮੋਟੀ ਮਤਲਬ ਮਜ਼ਦੂਰੀ ਕਰ। ਆਪਣੀ ਕਿਸੇ ਦੀ ਗੱਡੀ ਉਹ ਚਲਾ? ਤਾਂ ਗੱਡੀ ਜਿਹੜੀ ਉਹ ਤੇ ਵਾਪਸ ਹੋ ਗਈ ਨਾ, ਇਹਨੇ ਰਫੜ ਪਾਇਆ ਸੀ। ਅੱਛਾ ਠੀਕ ਹੈ। ਐਂਡ ਵੇਖੋ ਭਾਜੀ, ਮੇਰੇ ਵਾਲਦ ਸਾਹਿਬ ਦੇ ਪੈਸੇ ਨੇ ਤੇ ਐਂਡ ਇਹਦੇ ਨਾਂ ਹੋਵੇ ਤੇ ਫਿਰ ਮੈਨੂੰ ਪੀੜ ਹੋਏਗੀ। ਅੱਬੂ ਮੇਰੇ ਦੇ ਨਾਂ ਹੁੰਦੀ ਤੇ ਮੈਨੂੰ ਪੀੜ ਨਹੀਂ ਹੁੰਦੀ, ਸਮਝੇ ਨਹੀਂ ਜੀ? ਠੀਕ ਹੈ। ਤੇ ਅੱਬੂ ਦੇ ਨਾਂ ਨਹੀਂ ਸੀ ਹੁੰਦੀ। ਐਂਡ ਅੱਲਾ ਨਾ ਕਰੇ ਅੱਬੂ ਨੂੰ ਕੁਝ ਹੋ ਜਾਂਦਾ। ਲੇਕਿਨ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਜੀ, ਜਿਹਦੇ ਵਿੱਚ ਤੁਹਾਡੀ ਵਾਲਦਾ ਸੋਨੀਆ ਜਿਹੜੀ ਉਹ ਪੈਸਿਆਂ ਦੇ ਛੱਟੇ ਮਾਰ ਰਹੀ ਹੈ, ਹਾਂਜੀ ਤੁਸੀਂ ਵੇਖਿਆ? ਉਹ ਕਿੱਥੇ ਦਾ ਪ੍ਰੋਗਰਾਮ ਹੈ, ਕੀ ਹੈ ਉਹ ਤੁਸੀਂ ਵੇਖਿਆ ਨਾ? ਹਾਂ, ਉਹ ਪੀੜ ਸਾਹਿਬ ਨੇ। ਠੀਕ ਹੈ। ਪੀੜ ਸਾਹਿਬ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਜਿਸ ਦਿਨ ਅੱਬੂ ਲਿਆਂਦੇ ਨੇ ਇੱਥੇ, ਮੈਂ ਉਸ ਦਿਨ ਉਹਨਾਂ ਦੇ 2 ਬੰਦੇ ਆਏ ਨੇ, ਇੱਕ ਔਰਤ ਤੇ ਇੱਕ ਬੰਦਾ। ਉਹ ਕਿਸੇ ਮੇਰੇ ਚਾਚੇ ਦੇ ਬੱਚੇ ਨੂੰ ਕਹਿ ਕੇ ਗਏ ਨੇ ਕਿ ਯਾਰ ਉਹ ਇੰਜ ਆਏ ਸੀ ਤੇ ਉਹ ਕਹਿੰਦੇ ਸੀ ਪੈਸੇ ਲੈ ਲਓ। ਮੈਂ ਸੋਚਿਆ ਕਿ ਯਾਰ ਪੈਸੇ ਤੇ ਹੀ ਲੈ ਲਏ ਨੇ, 15 ਲੱਖ ਰੁਪਇਆ ਜਿਹੜਾ ਗੱਡੀ ਦਾ ਇੰਨਾ ਦੇਣਾ ਸੀ, 20 ਲੱਖ ਦਿੱਤਾ ਇਹਨਾਂ 15, ਉਹ ਮੇਰੀ ਮਸ਼ੀਨਾਂ ਨੂੰ ਦੇ ਦਿੱਤਾ। ਅਗਲੇ ਪੈਸੇ ਕਿਹੜੇ ਨੇ? ਬਾਕੀ ਇਹਨਾਂ ਨੇ ਬੰਦੇ ਨੂੰ, ਇੱਕ ਡਾਕਟਰ ਹੈਗਾ ਮੇਰੇ ਅੱਬੂ ਦਾ ਯਾਰ, ਉਹ ਪਤਾ ਨਹੀਂ ਕਿੱਥੋਂ ਆ ਗਿਆ, ਉਹਨੂੰ ਲੈ ਕੇ ਚਲੇ ਗਿਆ। ਉਹਨੇ ਗੋਲੀ ਦਿੱਤੀ। ਮੇਰਾ ਬੇਟਾ ਕਹਿੰਦਾ ਮੈਨੂੰ ਕਿ ਪਾਪਾ ਸਿਗਰਟ ਨਹੀਂ ਪੀਤਾ, ਉਹਨੇ ਡਾਕਟਰ ਨੇ ਰੋਟੀ ਖਵਾ ਕੇ ਗੋਲੀ ਦਿੱਤੀ ਸੀ। ਬਾਕੀ ਮੈਨੂੰ ਨਹੀਂ ਪਤਾ ਕਿਹੜੀ ਗੋਲੀ ਸੀ, ਉਹ ਉਹਲੇ ਦਿੱਤੀ ਗਈ। ਤੇ ਉਸ ਤੋਂ ਬਾਅਦ ਰਾਤ ਨੂੰ 2 ਵਜੇ ਇਹਨਾਂ ਨੇ ਵਾਸ਼ਰੂਮ ਕੀਤਾ। ਵਾਸ਼ਰੂਮ ਕਰਕੇ ਜਦੋਂ ਲੰਮਾ ਪਿਆ, ਸਵੇਰੇ ਉੱਠਿਆ ਤੇ ਮੈਂ ਇਸ ਹਾਲਤ ਦੇ ਵਿੱਚ ਵੀ ਇਹ ਜਿਹੜੀ ਹੁਣ ਤੁਸੀਂ ਵੇਖੀ, ਇਸ ਨੂੰ ਵੀ ਬੁਰੀ ਹਾਲਤ ਸੀ। ਇਹ ਤੇ ਹੁਣ ਹਸਪਤਾਲ ਦੇ ਵਿੱਚ 10 ਦਿਨ ਰਹੇ ਆ। ਤੇ ਹੁਣ ਤੁਹਾਡੀ ਜਿਹੜੀ ਵਾਲਦਾ ਹੈ ਉਹ ਸੋਸ਼ਲ ਮੀਡੀਆ ਤੇ ਇਲਜ਼ਾਮ ਲਾਉਂਦੀ ਨਜ਼ਰ ਆਉਂਦੀ ਹੈ। ਉਹ ਕਹਿੰਦੀ ਜੀ ਮੈਨੂੰ ਉੱਥੇ ਜਾਣ ਨਹੀਂ ਦਿੰਦੇ, ਮਾਰਦੇ ਨੇ, ਹਾਂਜੀ ਮੈਨੂੰ ਇਹ ਜਾਣ ਦੇਣ, ਮੈਂ ਪਤਾ ਲੈਣਾ ਚਾਹਨੀ ਆ। ਇਹਦੇ ਪਿੱਛੇ ਕੀ ਕਾਰਨ? ਦੇਖੋ ਕਿ 9 ਮਹੀਨੇ ਹੋ ਗਏ ਹਾਂ ਇਹਨੇ ਛੱਡਿਆ ਤੇ ਪੈਸੇ ਖਾ ਕੇ, ਤੇ ਹੁਣ ਇਹਨੂੰ ਪਤਾ ਲੱਗ ਗਿਆ ਕਿ ਹੁਣ ਫਿਰ ਪੈਸੇ ਆਣਗੇ। ਅਸੀਂ ਪੈਸੇ ਨਹੀਂ ਮੰਗਦੇ ਪਏ। ਠੀਕ ਹੈ। ਅਸੀਂ ਕਹਿੰਦੇ ਆ ਚੈਨਲਾਂ ਤੇ ਵੀ, ਜਿੱਥੇ ਵੀ ਅਸੀਂ ਕਹਿੰਦੇ ਸਾਡੇ ਬਾਪ ਵਾਸਤੇ ਦੁਆ ਕਰਦੇ। ਪੈਸਿਆਂ ਦੀ ਜ਼ਰੂਰਤ ਨਹੀਂ, ਸਾਨੂੰ ਵਾਲਦ ਸਾਹਿਬ ਦੀ ਜ਼ਰੂਰਤ ਹੈ। ਪੈਸੇ ਜਿਹੜੇ ਨੇ ਉਹਨੂੰ ਜ਼ਰੂਰਤ ਸੀ, ਉਹ ਲੈ ਕੇ ਦੌੜ ਗਈ। ਤੁਹਾਨੂੰ ਪਤਾ ਨਾ, ਤੁਸੀਂ ਹੁਣੇ ਸਵਾਲ ਕੀਤਾ ਕਿ ਉਹ ਜਿਹੜੇ ਪੈਸੇ ਡਾਂਦੀ ਪਈ ਹੈ, ਉਹ ਪੀਰ ਸਾਹਿਬ ਨੇ, ਕਹਿੰਦੇ ਪੀਰ ਸਾਹਿਬ ਨੇ ਦਿੱਤੇ। ਮੈਨੂੰ ਤਾਂ ਨਹੀਂ ਪਤਾ ਪੀਰ ਸਾਹਿਬ ਨੇ ਦਿੱਤੇ, ਮੇਰੇ ਵਾਲਦ ਸਾਹਿਬ ਨੂੰ ਤਾਂ ਨਹੀਂ ਪਤਾ ਪੀਰ ਸਾਹਿਬ ਨੇ ਦਿੱਤੇ। ਇਹਨੇ ਛੱਟੇ ਮਾਰੇ, ਉਹ ਮੇਰੇ ਪਿਓ ਦੇ ਹੀ ਪੈਸੇ ਸੀ, ਮੇਰੇ ਵਾਲਦ ਸਾਹਿਬ ਦੇ ਪੈਸੇ ਸੀ। ਖੈਰ ਨਾਜ਼ਰੀਨ, ਅਸੀਂ ਜਿਸ ਮੁਆਸ਼ਰੇ 'ਚ ਰਹਿੰਦੇ ਹਾਂ, ਇਸ ਮੁਆਸ਼ਰੇ ਦਾ ਬੜਾ ਅਲਮੀਆ ਹੈ। ਨਮੈਸ਼ੋ ਨਮੂਦ ਦਾ ਦੌਰ ਹੈ। ਅਸੀਂ ਚਾਹੁੰਦੇ ਹਾਂ ਇੱਕ ਦੂਸਰੇ ਨੂੰ ਕ੍ਰਾਸ ਕਰ ਜਾਣਾ, ਕਿਸੇ ਤਰ੍ਹਾਂ ਵੀ ਇੱਕ ਦੂਸਰੇ ਤੋਂ ਅੱਗੇ ਲੰਘ ਜਾਣਾ। ਔਰ ਸਾਡਾ ਬੜਾ ਮੁਸ਼ਕਲ ਟਾਈਮ ਹੁੰਦਾ। ਇੱਕ ਟਾਈਮ ਹੁੰਦਾ ਹੈ ਕਿ ਅਸੀਂ ਇੱਕ ਵਕਤ ਦੇ ਖਾਣੇ ਤੋਂ ਮਹਤਾਜ ਹੁੰਦੇ ਹਾਂ, ਔਰ ਇੱਕ ਟਾਈਮ ਆਉਂਦਾ ਹੈ ਕਿ ਜਦੋਂ ਸਾਨੂੰ ਲੋਕ ਪੈਸਾ ਦਿੰਦੇ ਨੇ ਜਾਂ ਪੈਸਾ ਕਿਧਰੇ ਆ ਜਾਂਦਾ ਹੈ, ਫਿਰ ਅਸੀਂ ਉਹਦੀ ਨਮਾਇਸ਼ ਵੀ ਕਰਨੇ ਆ, ਅਸੀਂ ਉਹਨੂੰ ਉਡਾਣੇ ਵੀ ਆ, ਅਸੀਂ ਉਹਦੀ ਬੇਕਦਰੀ ਵੀ ਕਰਨੇ ਆ। ਅੱਲਾਹ ਰੱਬੁਲ ਇੱਜ਼ਤ ਸਭ ਤੇ ਆਪਣਾ ਕਰਮ ਰੱਖੇ। ਸੋ ਸਾਨੂੰ ਮੇਰਾ ਖਿਆਲ ਹੈ ਕਿ ਰਸਮਾਂ ਰਿਵਾਜਾਂ ਦੀ ਰੀਸ ਤੋਂ ਔਰ ਇਸ ਰੇਸ ਤੋਂ ਬਾਹਰ ਨਿਕਲ ਕੇ ਇਹਨਾਂ ਰੀਸਾਂ ਕਰਨ ਦੀ ਬਜਾਏ ਕੋਈ ਅੱਛੀ ਰੀਸ ਕਰੀਏ। ਅਗਰ ਅੱਲਾਹ ਨੇ ਗੁੰਜਾਇਸ਼ ਦਿੱਤੀ ਹੈ, ਸਾਨੂੰ ਕੁਝ ਚਾਰਾਂ ਨੇ ਜ਼ਿਆਦਾ ਦਿੱਤੇ ਨੇ, ਕਿਸੇ ਦੂਸਰੇ ਦੇ ਜਿਹੜਾ ਜ਼ਖਮ ਤੇ ਉਹਦੇ ਤੇ ਮਰਮ ਰੱਖੀਏ, ਉਹਦਾ ਆਸਰਾ ਬਣੀਏ। ਲੇਕਿਨ ਖੈਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੇ ਮੈਡਮ ਸੋਨੀਆ ਨੇ, ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਹੈ, ਜਿਨ੍ਹਾਂ ਦੇ ਵਾਲਦ ਸਾਹਿਬ ਦੀ ਬੀਵੀ ਹੈ, ਇਹਨਾਂ ਦੇ ਭੈਣ ਭਾਈ ਵੀ ਉਹਨਾਂ ਚੋਂ, ਉਹਨਾਂ ਨਾਲ ਵੀ ਸਾਡਾ ਰਾਬਤਾ ਹੋਵੇ ਔਰ ਇਹ ਸਵਾਲ ਅਸੀਂ ਉਹਨਾਂ ਦੇ ਸਾਹਮਣੇ ਰੱਖੀਏ ਤਾਂ ਕਿ ਇਹ ਲੋਕਾਂ ਨੂੰ ਵੀ ਹਕੀਕਤ ਦਾ ਪਤਾ ਚੱਲ ਸਕੇ। ਜਾਂ ਕਿਸੇ ਦਿਨ ਇੰਜ ਵੀ ਹੋਵੇ ਕਿ ਇਕੱਠੇ ਹੋਣ ਤੇ ਇਹਨਾਂ ਨੂੰ ਆਮਨੇ ਸਾਹਮਣੇ ਬਿਠਾ ਕੇ ਤੇ ਗੱਲ ਕੀਤੀ ਜਾਵੇ। ਔਰ ਅਸੀਂ ਇਹ ਲੱਕੀ ਸਾਹਿਬ ਦਾ ਬੇਟਾ ਜਿਹੜਾ ਕੋਸ਼ਿਸ਼ ਕਰਾਂਗੇ ਕਿ ਕੋਈ ਐਸਾ ਦਾ ਪ੍ਰੋਗਰਾਮ ਬਣਾਈਏ। ਲੇਕਿਨ ਅੱਲਾਹ ਤਾਲਾ ਇਸ ਟਾਈਮ ਕਿਉਂਕਿ ਕਾਫੀ ਪਰੇਸ਼ਾਨੀ 'ਚ ਨੇ। ਇਹਨਾਂ ਦੇ ਵਾਲਦ ਸਾਹਿਬ ਜਿਹੜੇ ਨੇ ਉਹ ਮੁਸਲਸਲ ICU 'ਚ ਨੇ, ਜਿਹੜੇ ਕਿ ਪਾਕਿਸਤਾਨ ਦੇ ਸਾਬਕਾ ਇੱਕ ਬਹੁਤ ਖੂਬਸੂਰਤ ਕਾਮੇਡੀਅਨ ਸਨ। ਆਪਣੇ ਰੰਗ ਦੀ ਵਜ੍ਹਾ ਤੋਂ, ਆਪਣੇ ਗੈਟਅਪ ਦੀ ਵਜ੍ਹਾ ਤੋਂ ਲੋਕਾਂ ਨੇ ਉਹਨਾਂ ਨੇ ਬੜਾ ਹਸਾਇਆ, ਆਪਣੇ ਫਨ ਤੋਂ ਬੜਾ ਮਹਿਸੂਸ ਕੀਤਾ। ਲੇਕਿਨ ਅੱਜ ਉਹ ਜ਼ਿੰਦਗੀ ਔਰ ਮੌਤ ਦੀ ਕਸ਼ਮਕਸ਼ ਦੀ ਜੰਗ ਲੜ ਰਹੇ ਨੇ। ਅੱਲਾਹ ਤਾਲਾ ਉਹਨਾਂ ਨੂੰ ਸਿਹਤ ਔਰ ਤੰਦਰੁਸਤੀ ਅਤਾ ਫਰਮਾਏ। ਇਹਦੇ ਨਾਲ ਹੀ ਮੈਂ ਇਜਾਜ਼ਤ ਚਾਹਾਂਗਾ। ਤੇ ਇਹ ਉਹ ਵਕਤ, ਇਹ ਉਹ ਸਟੋਰੀਆਂ ਨੇ ਜਿਨ੍ਹਾਂ ਤੋਂ ਸਾਨੂੰ ਜ਼ਿੰਦਗੀ ਦੇ ਬਹੁਤ ਸਾਰੇ ਸਬਕ ਔਰ ਮੈਸੇਜ ਮਿਲਦੇ ਨੇ, ਅਗਰ ਅਸੀਂ ਹਾਸਲ ਕਰਨੇ ਚਾਹੀਏ। ਪਾਕਿਸਤਾਨ ਜ਼ਿੰਦਾਬਾਦ।